ਅੱਜ ਦਾ ਸਮਾਗਮ ਬੇਬੇ ਨਾਨਕੀ ਜੀ ਦੇ 557ਵੇਂ ਜਨਮ ਉਤਸਵ ਅਸੀਂ ਮਨਾ ਰਹੇ ਹਾਂ, ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੇ ਭੈਣ ਸੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੂੰ ਪਛਾਣਿਆ ਅਤੇ ਉਹਨਾਂ ਦੀ ਬਦੌਲਤ ਹੀ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਭਾਗ ਲੱਗੇ, ਕਿਉਂਕਿ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਆਹੇ ਹੋਏ ਸੀ ਤੇ ਇੱਥੇ ਹੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਕੋਲ ਆਏ ਤੇ ਰਹੇ ਤੇ ਤਪੱਸਿਆ ਕੀਤੀ ਤੇ ਜੱਗ ਨੂੰ ਤਾਰਨ ਲਈ ਪੂਰੀ ਦੁਨੀਆ ਨੂੰ ਉਹਨਾਂ ਨੇ ਅਤਾਸੀਆਂ ਵੀ ਦੋ ਸੁਲਤਾਨਪੁਰ ਲੋਧੀ ਤੋਂ ਹੀ ਕੀਤੀਆਂ, ਜਿਹਦੇ ਵਿੱਚ ਵਿਸ਼ਵ ਦੀ ਯਾਤਰਾ ਵੀ ਕੀਤੀ ਤੇ ਲੋਕਾਂ ਨੂੰ ਗਿਆਨ ਵੀ ਦਿੱਤਾ ਤੇ ਸਮਝਾਇਆ। ਪ੍ਰਬੰਧਕ ਕਮੇਟੀ ਵੱਲੋਂ ਕੀ ਪ੍ਰਬੰਧ ਕੀਤੇ ਗਏ ਹਨ? ਟਰਸਟ ਵੱਲੋਂ ਇਹ ਟਰਸਟ ਹੈ ਜੀ, ਗੁਰਦੁਆਰੇ ਨੂੰ ਚਲਾ ਰਿਹਾ ਬੇਬੇ ਨਾਨਕੀ ਇਸਤਰੀ ਸਤਸੰਗ ਟਰਸਟ, ਔਰ ਟਰਸਟ ਵੱਲੋਂ ਅੱਜ ਸਵੇਰੇ 8 ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਹੋਇਆ। ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਕਥਾ ਕੀਤੀ ਹੈ ਔਰ ਇਤਿਹਾਸ ਬਾਰੇ ਦੱਸਿਆ, ਔਰ ਹੁਣ ਬਾਹਰ ਸਟੇਜ ਜਿਹੜੀ ਹੈ ਉਹ ਲੱਗ ਰਹੀ ਹੈ, ਕਿਉਂਕਿ ਪੰਡਾਲ ਦੇ ਵਿੱਚ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਦੇ ਹੋਏ, ਕਿਉਂਕਿ ਬਾਹਰ ਪੰਡਾਲ 'ਚ ਰੱਖਿਆ ਖੁੱਲ੍ਹੇ ਦੇ ਵਿੱਚ, ਤਾਂ ਕਿ ਜੋ ਇਸ ਵੇਲੇ ਕਰੋਨਾ ਚੱਲ ਰਿਹਾ ਉਹਦੇ ਤੋਂ ਵੀ ਬਚਾਅ ਕੀਤਾ ਜਾਵੇ, ਸੰਗਤਾਂ ਦਾ ਵੀ ਤੇ ਆਪ ਦਾ ਵੀ। ਕੋਵਿਡ ਕਰਕੇ ਕੈਂਸਲ ਕੀਤਾ ਗਿਆ? ਨਹੀਂ, ਨਗਰ ਕੀਰਤਨ ਜੀ ਕਿਉਂਕਿ ਸਮੇਂ ਮੁਤਾਬਕ ਜੋ ਸਰਕਾਰ ਦੀਆਂ ਹਦਾਇਤਾਂ ਹੈ ਤੇ ਲੋਕਾਂ ਦੇ ਨੂੰ ਦੇਖਦੇ ਹੋਏ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ, ਕੋਈ ਗੁਰੂ ਘਰ ਚੋਂ ਇੱਥੋਂ ਜਿੰਨੇ ਵੀ ਆਉਣਾ ਕੁਝ ਲੈ ਕੇ ਜਾਣਾ, ਸੁੱਖ ਲੈ ਕੇ ਜਾਵੇ, ਘੱਟੋ ਘੱਟ ਬਿਮਾਰ ਹੋ ਕੇ ਨਾ ਜਾਵੇ, ਇਹਨਾਂ ਗੱਲਾਂ ਨੂੰ ਦੇਖਦਿਆਂ ਹੋਇਆਂ ਉਹਨੂੰ ਕੈਂਸਲ ਕੀਤਾ। ਪ੍ਰਭਾਤ ਫੇਰੀਆਂ ਵੀ ਕੈਂਸਲ ਕੀਤੀਆਂ, ਨਗਰ ਕੀਰਤਨ ਵੀ ਕੈਂਸਲ ਕੀਤਾ। ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਇਸ ਤੋਂ? ਸੰਗਤਾਂ ਨੂੰ ਇੱਕ ਤੇ ਹੈ ਵੀ ਗੁਰੂ ਦੇ ਜੋ ਸਿੱਖਿਆ ਗੁਰੂ ਮਹਾਰਾਜ ਦੀ ਉਹਦੇ ਅੰਦਰ ਰਹੋ, ਉਹਦੀ ਸਿੱਖਿਆ ਦੇ ਉੱਤੇ ਚੱਲੋ। ਦੂਜਾ, ਸਮੇਂ ਦੇ ਹਾਲਾਤ ਅਨੁਸਾਰ ਆਪਣੇ ਆਪ ਨੂੰ ਬਚਾ ਕੇ ਰੱਖੋ। ਇਸ ਗੱਲ 'ਚ ਸਾਰਿਆਂ ਦਾ ਬਚਾਅ ਹੈ, ਮਨੁੱਖਤਾ ਦਾ ਬਚਾਅ ਹੈ, ਕਿਉਂਕਿ ਇਹ ਜਿਹੜੀ ਘਾਤਕ ਬਿਮਾਰੀ ਹੈ ਇਹਦੇ ਤੋਂ ਬਚਾਅ ਕੀਤਾ ਜਾਵੇ। ਤੇ ਜਿਹੜੇ 40 ਸਾਲ ਤੋਂ ਉੱਪਰ ਦੀ ਉਮਰ ਦੇ ਆ ਉਹ ਕਰੋਨਾ ਵੈਕਸੀਨ ਜਿਹੜੀ ਆ ਉਹ ਜ਼ਰੂਰ ਲਵਾਉਣ, ਡਰਨ ਨਾ। ਮੈਨੂੰ ਵੀ ਤਕਰੀਬਨ ਅੱਜ ਮਹੀਨੇ ਤੋਂ ਉੱਪਰ ਹੋ ਗਿਆ ਲਵਾਈ ਨੂੰ, ਕੋਈ ਉਹਦਾ ਨੁਕਸਾਨ ਨਹੀਂ ਹੋਇਆ, ਸਾਡੇ ਸਾਰੇ ਪਰਿਵਾਰ ਨੇ ਲਵਾਈ ਹੈ, ਬਾਕੀ ਵੀ ਸਾਰੇ ਲੋਕ ਲਵਾਉਣ, ਕਿਉਂਕਿ ਇਹ ਬਚਾਅ ਹੀ ਹੈ ਜਿਹੜਾ ਜ਼ਰੂਰੀ ਹੈ ਸਾਡੇ ਲਈ, ਤਾਂ ਹੀ ਮਨੁੱਖਤਾ ਕਾਇਮ ਰਹੂਗੀ। सोख जाकर नहीं मेरी मीत समान, कहो नानक सुन रे मना, मुक्त ताहे दयान, पैगामों को देख नानक सुन रे मना, ज्ञानी ताहे बखान, जे बिख्या सगरी तजी लियो पेक बैराग, कहो नानक सुन रे मना, ते नर माथै माया ममता तजी सब दे भयो उदास, कहो नानक सुन रे मना, ते घट ब्रह्म निवास, जे प्राणी हो मैं तजी करता राम पशान, कहो नानक वह मुक्त नार, ए मन साची मान, पैनासन दुर्मत हरना, कल मैं हर को नाम, निस दिन जो नानक भजै सफल होए
ਸ਼ਲੋਕ ਚੱਲ ਰਹੇ ਹਨ ਜੀ। ਕਰਨ ਸੁਨੋ ਹਰਿ ਨਾਮਾ, ਕਹੋ ਨਾਨਕ ਸੁਨ ਰੇ ਮਨਾ, ਪਰੈ ਨ ਜਮ ਕੈ ਧਾਮਾ। ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੈ, ਔਰ ਨ ਲੇਤੇ ਉਧਾਰ। ਜਿਉ ਸੁਪਨਾ ਯਾਰ ਵੇਖਨਾ, ਐਸੇ ਜਗ ਕੋ ਜਾਨਾ। ਇਨ ਮੈਂ ਬਸ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਨਿਸ ਦਿਨ ਮਾਇਆ ਕਾਰਨੇ, ਪ੍ਰਾਨੀ ਡੋਲਤ ਨੀਤ। ਕੋਟਨ ਮੈਂ ਨਾਨਕ ਕੋ, ਨਾਰਾਇਣ ਜਿਹ ਜੀਤ। ਜੈਸੇ ਜਲ ਤੇ ਬੁਧ ਬੁਧਾ, ਉਪਜੈ ਬਿਨ ਸੈਨੀਤ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਪ੍ਰਾਨੀ ਕਛੂ ਨ ਚੇਤਈ, ਮਦ ਮਾਇਆ ਕੈ ਅੰਧ। ਕਹੋ ਨਾਨਕ ਬਿਨ ਹਰਿ ਭਜਨ, ਪਤ ਤਾਹੇ ਜਮ ਪੰਦ। ਜੋ ਸੁਖ ਕੋ ਚਾਹੇ ਸਦਾ, ਸਰਨ ਰਾਮ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ। ਆਵਾਜ਼ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਾਮ ਧਿਆਏ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸਾ ਹੋਈ ਸਹਾਈ। ਅਰਜਨ ਹਰਗੋਬਿੰਦ ਰਾਮ ਸਿਮਰਨ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈਆ ਜਿਸ ਵਿਖਿਆ ਸਤਿਗੁਰ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਤਿਆ ਮੈਂ ਧਾਈ। ਸਭ ਠਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਠਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਜਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ। ਦੇਖ ਚਲਾਈ ਤੇਗ ਵਾਹੀ, ਦੇਖ ਕੇ ਨਿਟ ਕੀਤਾ। ਤਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ, ਬੰਧਨ ਕਟਵਾਏ। ਖੋਪੜੀਆਂ ਲੋਹਾਈਆਂ ਚਰਖੀਆਂ ਦੀ ਚੜਿਆਰਿਆਂ ਨਾਲ ਚਰਾਈ ਗਈ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ। ਪੰਜਾਂ ਦਲਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। चित्यावन का सदका सर्व सुख होवे। जहाँ जहाँ खालसा जी साहिब तहाँ तहाँ रक्षा रियायत। देख देख फतेह बिरद की पैज पंथ की जी श्री साहिब जी सहाय। खालसा जी के बोल बाले बोलो जी वाहिगुरू। सिखा नूं सिखी दान, केस दान, रहत दान, विवेक दान, वसा दान, भरोसा दान, दाना सिरदान, नामदान। श्री अमृतसर साहिब जी के दर्शन स्नान, चौकियां झंडे पुंगे जुगो जुग अटल धर्म का जयकार बोलो जी वाहिगुरू। सिखा का मन नीवा मत उच्ची मत पत्ता रखा वाहिगुरू। हे अकाल पुरख अपने पंथ दे सदा सहाय दाता दियो। श्री ननकाना साहिब ते होर गुरुद्वारियां गुरधामां दे
ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ 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 ਸਤਿਗੁਰੂ ਨਾਨਕ ਦੇਵ ਜੀ ਮਹਾਰਾਜ। ਆਪ ਜੀ ਦੇ ਸਤਿਕਾਰਯੋਗ ਵੱਡੇ ਭੈਣ ਜੀ ਬੇਬੇ ਨਾਨਕੀ ਜੀ, ਜਿਨ੍ਹਾਂ ਦੇ ਨਾਮ ਤੇ ਗੁਰੂ ਘਰ ਹੈ ਗੁਰਦੁਆਰਾ ਬੇਬੇ ਨਾਨਕੀ ਜੀ ਸਾਹਿਬ ਵਿਖੇ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਚਰਨਾਂ ਕਮਲਾਂ ਦਾ ਸਰਬੱਤ ਸਾਧ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਧੰਨ ਧੰਨ ਬੇਬੇ ਨਾਨਕੀ ਜੀ ਦੇ 557ਵੇਂ ਜਨਮ ਦਿਹਾੜੇ ਮਨਾਉਂਦਿਆਂ ਹੋਇਆਂ ਪਰਸੋਂ ਰੋਜ਼ ਤੋਂ ਲੈ ਕੇ 8 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੀ ਰਹਿਮਤ ਦੇ ਨਾਲ ਨਿਰਵਿਘਨਤਾ ਸਹਿਤ ਸ੍ਰੀ 8 ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਨੇ। ਇਤਨੇ ਅਰਸੇ ਵਿੱਚ ਪਾਠੀ ਸਿੰਘਾਂ ਪਾਸੋਂ ਗੁਰਬਾਣੀ ਗਾਇਨ ਕਰਦਿਆਂ, ਸੇਵਾਦਾਰਾਂ ਪਾਸੋਂ ਸੇਵਾ ਕਰਦਿਆਂ ਹੋਈਆਂ ਸੂਖਮ ਤਰੁੱਟੀਆਂ ਦੀ ਖਿਮਾ ਕਰਨੀ, ਅੱਗੇ ਤੋਂ ਸੁੱਧ ਗੁਰਬਾਣੀ ਗਾਇਨ ਕਰਨ ਦੇ ਬਲ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਪਹਿਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਬੀਬੀ ਕੁਲਵੰਤ ਕੌਰ ਲਾਲ ਇੰਗਲੈਂਡ ਨਿਵਾਸੀਆਂ ਨੇ ਕਿਸੇ ਸਮੇਂ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਸੀ। ਆਪ ਜੀ ਨੇ ਸੇਵਕਾਂ ਦੀ ਅਰਦਾਸ ਸੰਪੰਨ ਕੀਤੀ ਹੈ। ਇਸ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾ ਕੇ ਭੋਗ ਪਵਾਏ ਨੇ ਤੇ 10,000 ਰੁਪਇਆ ਲੰਗਰਾਂ ਵਾਸਤੇ, ਖੀਰ ਦੀ ਸੇਵਾ ਵਾਸਤੇ ਸੇਵਕ ਜਨਾਂ ਨੇ ਭੇਜਿਆ ਹੈ। ਸੇਵਾ ਥਾਈ ਪਾਵਨੀ ਬੀਬੀ ਜਸਵਿੰਦਰ ਕੌਰ ਪੱਤੂ ਦੇ ਪਰਿਵਾਰ ਵਿੱਚ ਵੀ ਸੁਖ ਸ਼ਾਂਤੀ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਦੂਸਰੇ ਸ੍ਰੀ ਅਖੰਡ ਪਾਠ ਸਾਹਿਬ ਇਸ ਸਥਾਨ ਦੇ ਸੇਵਾਦਾਰ ਮੈਨੇਜਰ ਸਰਦਾਰ ਗੁਰਦਿਆਲ ਸਿੰਘ ਜੀ ਦੀ ਅਰੋਗਤਾ ਵਾਸਤੇ ਬੀਬੀ ਨਾਨਕੀ ਇਸਤਰੀ ਸਾਸਨ ਚੈਰਿਟੀ ਟਰਸਟ ਵੱਲੋਂ ਆਰੰਭ ਕੀਤੇ ਗਏ ਸਨ। ਸਤਿਗੁਰੂ ਨਾਨਕ ਦੇਵ ਜੀ ਧੰਨ ਬੀਬੀ ਨਾਨਕੀ ਜੀਓ ਮਿਹਰ ਕਰੋ, ਮੈਨੇਜਰ ਸਰਦਾਰ ਗੁਰਦਿਆਲ ਸਿੰਘ ਜੀ ਦੇ ਅਰੋਗਤਾ ਬਖਸ਼ਿਸ਼ ਕਰੋ। ਤੀਸਰੇ ਸ੍ਰੀ ਅਖੰਡ ਪਾਠ ਸਾਹਿਬ ਬੀਬੀ ਨਾਨਕੀ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਤਖਤ ਸਾਹਿਬ ਉੱਪਰ ਬੀਬੀ ਨਾਨਕੀ ਚੈਰਿਟੇਬਲ ਟਰਸਟ ਵੱਲੋਂ ਆਰੰਭ ਕੀਤੇ ਗਏ ਸਨ। ਸਤਿਗੁਰੂ ਮਹਾਰਾਜ ਜੀ ਆਪ ਜੀ ਦੀ ਰਹਿਮਤ ਦੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ। ਚੌਥੇ ਸ੍ਰੀ ਅਖੰਡ ਪਾਠ ਸਾਹਿਬ ਬੀਬੀ ਨਵਿੰਦਰ ਕੌਰ ਦੇ ਪਰਿਵਾਰ ਵੱਲੋਂ ਕੈਨੇਡਾ ਨਿਵਾਸੀਆਂ ਵੱਲੋਂ ਆਰੰਭ ਹੋਏ ਸਨ। ਜਿਨ੍ਹਾਂ ਦੇ ਸੁਪੁੱਤਰ ਜਿਸ ਕਰਨਜੀਤ ਸਿੰਘ ਜੋ ਕਿ ਕਾਫੀ ਲੰਮੇ ਸਮੇਂ ਤੋਂ ਹਸਪਤਾਲ 'ਚ ਦਾਖਲ ਹਨ, ਧੰਨ ਬੀਬੀ ਨਾਨਕੀ ਜੀ ਪ੍ਰਕਾਸ਼ ਸਾਹਿਬ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਸਮੂਹ ਸਾਧ ਸੰਗਤ ਵੱਲੋਂ ਜਿਸ ਕਰਨਜੀਤ ਸਿੰਘ ਜੀ ਸਿਹਤ ਠੀਕ ਬਖਸ਼ੋ, ਠੀਕ ਹੋ ਕੇ ਗ੍ਰਹਿ ਵਿਖੇ ਆ ਜਾਣ। ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਪ੍ਰਵਾਨ ਕਰਨੀ। ਪੰਜਵੇਂ ਸ੍ਰੀ ਅਖੰਡ ਪਾਠ ਸਾਹਿਬ ਬੀਬੀ ਮਹਿੰਦਰ ਕੌਰ ਕੰਗ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਆਰੰਭ ਕੀਤੇ ਗਏ ਸਨ। ਪਰਿਵਾਰ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਛੇਵੇਂ ਸ੍ਰੀ ਅਖੰਡ ਪਾਠ ਸਾਹਿਬ ਸਰਦਾਰ ਸੁਰਿੰਦਰ ਸਿੰਘ ਇੰਗਲੈਂਡ ਨਿਵਾਸੀ ਵੱਲੋਂ ਆਰੰਭ ਕੀਤੇ ਗਏ ਸਨ। ਸੇਵਕਾਂ ਨੇ ਮਾਤਾ ਸਾਹਿਬ ਕੌਰ ਦੀ ਯਾਦ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ। ਸਤਵੇਂ ਸ੍ਰੀ ਅਖੰਡ ਪਾਠ ਸਾਹਿਬ ਗੁਰਸੇਵਕ ਸਿੰਘ ਸੁਪੁੱਤਰ ਲਖਵਿੰਦਰ ਸਿੰਘ ਕਾਕੜਕਲਾ ਸ਼ਾਹਕੋਟ ਤੋਂ ਆਰੰਭ ਹੋਏ ਸਨ। ਸੇਵਕਦਾਨ ਜਿੱਥੇ ਨਾਮਦਾਨ ਦੀ ਯਾਚਨਾ ਕਰਦੇ ਨੇ ਉੱਥੇ ਵਿਦੇਸ਼ ਵਿੱਚ ਪੱਕਿਆਂ ਹੋ ਜਾਣ ਵਾਸਤੇ ਅਰਦਾਸ ਬੇਨਤੀ ਕਰਾਉਂਦੇ ਨੇ। ਮੇਰਾ ਕਰਨੀਆਂ ਧੰਨ ਬੀਬੀ ਨਾਨਕੀ ਜੀ ਚੜ੍ਹਦੀਆਂ ਕਲਾਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸੇਵਕਾਂ ਨੂੰ ਵਿਦੇਸ਼ ਵਿੱਚ ਪੱਕਿਆਂ ਕਰਨਾ। 8ਵੀਂ ਸ੍ਰੀ ਅਖੰਡ ਪਾਠ ਸਾਹਿਬ ਸਰਦਾਰ ਗੁਰਮੀਤ ਸਿੰਘ ਗਿਲਦੀ ਦਿਨਾਂ ਦੀ ਧਰਮ ਸਭਾ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਵਾ ਆਇਆ ਕਾਰਨ ਤਾਈ ਮੂਰਖ ਲੋਕ ਅਜਾਣ ਕਹੋ ਨਾਨਕ ਬਿਨ ਹਰ ਭਜਨ ਬਿਰਤਾ ਜਨਮ ਸਿਰਾਣ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਤ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਪਾਉਣੇ ਕਾਮ ਪ੍ਰਾਨੀ ਰਾਮ ਨ ਜੇਤਈ ਮਨ ਮਾਇਆ ਕੈ ਅੰਦਰ ਕਹੋ ਨਾਨਕ ਹਰ ਭਜਨ ਬਿਨ
ਧੰਨ ਬੇਬੇ ਨਾਨਕੀ ਜੀ ਆਪ ਜੀ ਦੇ ਜਨਮ ਦਿਹਾੜੇ ਤੇ ਸੇਵਕਾਂ ਨੇ ਸੇਵਾ ਲਈ ਹੈ। ਸਤਿਗੁਰੂ ਮਹਾਰਾਜ ਜੀ ਧੰਨ ਬੇਬੇ ਨਾਨਕੀ ਜੀ ਕਾਕਾ ਮਹਿਤਾਬ ਜੀ ਸਿੰਘ ਦੀ ਲੰਮੀ ਆਯੂ ਬਲ ਵਿਦਿਆ ਮਾਤਾ ਪਿਤਾ ਦੇ ਆਗਿਆ ਕਾਰੀ ਬਣਾਉਣਾ ਚੜ੍ਹਦੀਆਂ ਕਲਾਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। 28 ਪਰਿਵਾਰਾਂ ਦੇ ਹਿਰਦਿਆਂ ਦੀਆਂ ਭਾਵਨਾਵਾਂ ਆਪ ਜਾਣਨ ਵਾਲੇ ਹੋ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ। ਨਾਮਦਾਨ ਸਿੱਖੀ ਦਾਨ ਭਰੋਸਾ ਦਾਨ ਚੜ੍ਹਦੀਆਂ ਕਲਾਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। 28 ਪਰਿਵਾਰਾਂ ਵੱਲੋਂ ਧੰਨ ਬੇਬੇ ਨਾਨਕੀ ਜੀ ਆਪ ਜੀ ਦੇ ਖਿਆਨਿਆਂ ਵਿੱਚ ਸੇਵਕਾਂ ਵੱਲੋਂ ਸੋ ਅਖੰਡ ਸਾਹਿਬ ਜੀ ਮਾਇਆ ਹਾਜ਼ਰ ਕੀਤੀ ਹੋਈ ਹੈ। ਖਿਆਨੇ ਭਰਪੂਰ ਕਰਨੇ ਚੜ੍ਹਦੀਆਂ ਕਲਾਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। 28 ਪਰਿਵਾਰਾਂ ਵੱਲੋਂ ਆਪ ਜੀ ਉੱਪਰ ਸੁੰਦਰ ਮਾਲੇ ਪਹਿਨਾਏ ਨੇ। ਸੇਵਕਾਂ ਦੇ ਲੋਕ ਪਰਲੋਕ ਪੜਦੇ ਕਜਨੇ ਸਰਬੱਤ ਸੰਤਾਂ ਦੀਆਂ ਹਾਜ਼ਰੀਆਂ ਬਿਲਕੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਸ਼ੁਭ ਭਾਵਨਾਵਾਂ ਪੂਰਨ ਕਰਨੀਆਂ। ਧੰਨ ਬੇਬੇ ਨਾਨਕੀ ਜੀ ਆਪ ਜੀ ਦੇ ਜਨਮ ਦਿਹਾੜੇ ਇਸੇ ਤਰ੍ਹਾਂ ਚਾਵਾਂ ਮਦਾਰਾਂ ਤੇ ਸਦਰਾਂ ਦੇ ਨਾਲ ਸੰਤਾਂ ਨੂੰ ਮਨਾਉਂਦੇ ਬਲ ਉਦਮ ਪ੍ਰਸ਼ਾਦ ਬਖਸ਼ਿਸ਼ ਕਰਨੇ ਚੜ੍ਹਦੀਆਂ ਕਲਾਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਗਲਤੀਆਂ ਭੁੱਲਾਂ ਦੀਆਂ ਖਿਮਾ ਕਰਨੀਆਂ। ਆਪ ਜੀ ਦੇ ਹਜ਼ੂਰ ਬੜਾ ਪ੍ਰਸ਼ਾਦੀ ਦੇਖ ਸਕੇ ਹਾਜ਼ਰ ਹੈ। ਸਿਉਂਦੀਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਕਰੀ ਪਾਕ ਸਰ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰ ਰਾਏ ਸੀਤ ਪ੍ਰਸਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਗੀ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਕਰਤਾਰਥ ਕਰੋ ਦੇ ਹੁਕਮਨਾਮੇ ਦੀ ਕਥਾ ਵਿਚਾਰ ਕਰਨ ਦੀ ਆਗਿਆ ਬਲ ਬੁੱਧੀ ਬਖਸ਼ੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਕੋਟ ਹੈ। ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ। ਜੋ ਸ਼ਰਧਾ ਕਰ ਸੇਵਦੇ ਬੋਲੇ ਉਹਨੇ ਧੰਨ ਗੁਰੂ ਨਾਨਕ ਸਾਹਿਬ ਤੋਂ ਧੰਨ ਗੁਰੂ ਨਾਨਕ ਸਾਹਿਬ ਨੂੰ ਹੀ ਮੰਗਿਆ। ਕੋਈ ਦੁਨਿਆਵੀ ਮੰਗ ਨਹੀਂ ਮੰਗੀ, ਮਹਾਰਾਜ ਨੂੰ ਹੀ ਮੰਗਿਆ। ਬਸ ਤੁਸੀਂ ਠੀਕ ਹੋ। ਪਰ ਮਹਾਰਾਜ ਵਾਸਤੇ ਮੰਗ ਨਹੀਂ ਕੀਤੀ ਹੈ ਕਿ ਤੁਹਾਡੀ ਬੇਦੀ ਵੰਸ਼ ਜਿਹੜੀ ਉਹ ਗਾਂ ਚੱਲਣੀ ਚਾਹੀਦੀ ਹੈ। ਉਹਦੀ ਮੰਗ ਦੇ ਉੱਤੇ ਇਹ ਨਿਰੰਕਾਰੀ ਜੋਤ ਦੋ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ 1551 ਅਤੇ ਬਾਬਾ ਲਖਮੀ ਦਾਸ 1523 ਅੰਦਾਜ਼ਾ ਸੋ ਉਹਨਾਂ ਦਾ ਅਵਤਰਨ ਹੋਇਆ। ਔਰ ਬਾਬਾ ਸ਼੍ਰੀ ਚੰਦ ਜੀ ਨੂੰ ਬੇਬੇ ਨਾਨਕੀ ਜੀ ਦੀ ਗੋਦ ਵਿੱਚ ਪਾਇਆ ਗਿਆ। ਕਿ ਬਾਬਾ ਸ਼੍ਰੀ ਚੰਦ ਜੀ ਦੀ ਪਾਲਣਾ ਉਹਨੇ ਕੀਤੀ ਹੈ। ਅਤੇ ਜਦੋਂ ਅਦਾਸੀਆਂ ਨੂੰ ਗਏ ਅਤੇ ਬਾਬਾ ਲਖਮੀ ਦਾਸ ਮਾਤਾ ਜੀ ਦੇ ਨਾਲ ਪੱਖੋ ਕੇ ਰੰਧਾਵੇ ਬਟਾਲੇ ਆਪਣੇ ਨਾਨਕੇ ਪਰਿਵਾਰ ਬਾਬਾ ਮੂਲ ਚੰਦ ਮਾਤਾ ਚੰਦੋ ਰਾਣੀ ਮਹਾਰਾਜ ਦੀ ਸੱਸ, ਉਹਨਾਂ ਦੇ ਵੀ ਬੇਬੇ ਜੀ ਤੋਂ ਸਿਵਾਏ ਕੋਈ ਬੱਚਾ ਨਹੀਂ ਸੀ। ਉਹਨਾਂ ਨੇ ਵੀ ਲਖਮੀ ਦਾਸ ਜੀ ਨੂੰ ਆਪਣੇ ਕੋਲ ਰੱਖਿਆ, ਘਰ 'ਚ ਰੌਣਕ ਰਹੇ। ਔਰ ਜਦੋਂ ਫਿਰ ਮਹਾਰਾਜ ਉਦਾਸੀਆਂ ਕਰਕੇ ਕਰਤਾਰਪੁਰ, ਫਿਰ ਮਾਤਾ ਜੀ ਸਾਹਿਬਜ਼ਾਦੇ ਉੱਥੇ
ਕਰਤਾਰਪੁਰ ਸਾਹਿਬ ਹੀ ਰਹੇ ਹੈ। ਸੋ ਇਸ ਤਰ੍ਹਾਂ ਬੇਬੇ ਜੀ ਦੀ ਜਿਹੜੀ ਸੇਵਾ ਹੈ ਉਹ ਪਰਮਾਰਥੀ ਤੌਰ 'ਤੇ ਵੀ ਹੈ, ਵਿਵਹਾਰੀ ਤੌਰ 'ਤੇ ਵੀ ਹੈ। ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈ ਵਸਾਇਆ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈ ਵਸਾਇਆ। ਸੁਖ ਸਾਗਰ ਗੁਰ ਪਾਇਆ, ਤਾ ਸਹਿਸਾ ਸਗਲ ਮਟਾਇਆ। ਹਰਿ ਕੇ ਨਾਮ ਕੀ ਵਡਿਆਈ, ਆਠ ਪਹਿਰ ਗੁਣ ਗਾਈ। ਗੁਰ ਪੂਰੇ ਤੇ ਪਾਈ, ਰਹਾਉ ਪ੍ਰਭ ਕੀ ਅਕਥ ਕਹਾਣੀ। ਜਲ ਬੋਲੈ ਅੰਮ੍ਰਿਤ ਬਾਣੀ, ਨਾਨਕ ਦਾਸ ਮਖਾਣੀ। ਗੁਰ ਪੂਰੇ ਤੇ ਜਾਣੀ, ਪ੍ਰਭ ਕੀ ਅਕਥ ਕਹਾਣੀ। ਜਲ ਬੋਲੈ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ। ਗੁਰ ਪੂਰੇ ਤੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਵਿੱਚ ਪੰਜਵੇਂ ਸਤਿਗੁਰੂ ਜੀ ਕਿਰਪਾ ਕਰਦੇ ਹਨ। ਅੱਜ ਸਰੂਪ ਵੀ ਇਹਨਾਂ ਨੇ ਜਿਹੜਾ ਪ੍ਰਕਾਸ਼ ਕੀਤਾ ਨਾ, ਇਹ ਉਹ ਸਿੰਘ ਨੇ ਹੱਥੀਂ ਲਿਖਿਆ। ਅਤੇ ਜਦੋਂ ਲੈ ਕੇ ਆਏ ਸੀ ਅਤੇ ਕੁਦਰਤੀ ਦਰਬਾਰ ਸਾਹਿਬ ਲੈ ਕੇ ਗਏ, ਅਤੇ ਇਹ ਸਰੂਪ ਦੀ ਉਹ ਸੇਵਾ ਵੇਲੇ ਦਾਸ ਨੇ ਚੌਰ ਦੀ ਸੇਵਾ ਕੀਤੀ ਸੀ। ਉਹ ਕੁਦਰਤੀ ਮੈਂ ਦੇਖਿਆ, ਅਤੇ ਇਹ ਤਾਂ ਪਿਓ ਸਿੰਘ ਨੇ ਜਿਹੜਾ ਆਪਣੇ ਹੱਥੀਂ ਲਿਖਿਆ। ਅੱਜ ਉਹ ਸਰੂਪ ਹੀ ਬੇਬੇ ਜੀ ਦੇ ਅਵਤਾਰਪੁਰ 'ਤੇ ਪ੍ਰਕਾਸ਼ਮਾਨ ਹੋਇਆ। ਇਹਦੇ ਵੱਲੋਂ ਐਸੇ ਸਿੰਘ ਵੀ ਹੈ, ਬੜਾ ਮਿਹਨਤ ਦਾ ਕੰਮ ਹੈ, ਕੋਈ ਲਗ ਮਾਤਰ ਇੱਧਰ ਨਾ ਹੋ ਜਾਏ। ਅਤੇ ਇਹ ਕਿੱਡੀ ਵੱਡੀ ਮਿਹਨਤ ਉਹਨੇ ਕੀਤੀ ਹੈ, ਔਰ ਮੋਤੀ ਪਰੋਏ ਹੋਏ ਹੈ, ਕੈਸੇ ਸੁੰਦਰ ਅੱਖਰ ਹੈ, ਅਤੇ ਜਿਵੇਂ ਕੋਈ ਪ੍ਰੈਸ ਵਿੱਚ ਹੁੰਦੇ ਆ, ਅਤੇ ਬੜੀ ਸੁੰਦਰ ਉਹਨਾਂ ਦਾ ਕੁਛ ਕਾਤਿਆ, ਲਿਖਾਈ ਬੜੀ ਸੁੰਦਰ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਜਿਤ ਪਾਰ ਬ੍ਰਹਮ ਜਿਤ ਆਇਆ, ਜਿਹੜੇ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਚੇਤੇ ਆਇਆ। ਹੋਰ ਤਾਂ ਚੇਤੇ ਇਨਸਾਨ ਨੂੰ ਬਹੁਤ ਆ, ਪਰ ਪਰਮਾਤਮਾ ਦਾ ਚੇਤਾ ਭੁੱਲ ਜਾਂਦਾ। ਮਾਇਆ ਦਾ ਕੋਈ ਐਸਾ ਪ੍ਰਭਾਵ ਹੈ। ਉਹ ਭਾਈ ਧੰਨ ਆ ਜਿਹਦੇ ਹਿਰਦੇ 'ਚ ਹਰ ਵੇਲੇ ਧੰਨ ਬੇਬੇ ਨਾਨਕੀ ਜੀ ਵਾਂਗੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੇਤੇ ਆਉਂਦੇ ਹਨ। ਸੋ ਘਰ ਦਈ ਵਸਾਇਆ, ਉਹ ਘਰ ਜਿਹੜੇ ਦਈ ਪ੍ਰੇਰਕ ਪਰਮਾਤਮਾ ਨੇ ਵਸਾ ਦਿੱਤੇ। ਕਿਉਂਕਿ ਹੁਣ ਬੇਬੇ ਨਾਨਕੀ ਦੀ ਕਿਰਪਾ ਨਾਲ ਸਾਰੇ ਗੁਰਦੁਆਰੇ ਵਸ ਰਹੇ ਹਨ। ਸਾਰਾ ਨਗਰ ਇਲਾਕਾ ਕਿੱਥੇ ਤੱਕ ਉਹਨਾਂ ਦੀ ਦੇਣ ਆ ਨਾ, ਉਹਨਾਂ ਦੀ ਬਖਸ਼ਿਸ਼ ਆ ਗੁਰੂ ਘਰ ਵਸ ਰਹੇ ਹੈ। ਹੁਣ ਵੱਡੇ ਵੱਡੇ ਦੇ ਹਲੋ ਰਾਜੇ ਹੋਏ ਆ, ਕਿਲੇ ਖੋਲੇ ਬਣੇ ਪਏ ਆ, ਖੰਡਰ ਪਏ, ਪਰ ਜਿੱਥੇ ਨਾਮ ਬਾਣੀ ਹੈ, ਜਿੱਥੇ ਉਹਨਾਂ ਨੇ ਚਰਨ ਪਾਏ ਹੈ, ਉਹ ਪਰਮਾਤਮਾ ਨੇ ਘਰਾਂ ਨੂੰ ਆਪ ਵਸਾਇਆ। ਉੱਥੇ ਦੇਖ ਲਓ, ਜਿੱਦਣ ਦੇ ਦੇਖਦੇ ਹਾਂ ਗਾਂਹ ਦੇਖੀ ਜਾਓ, ਇਹ ਕਾਰ ਸੇਵਾ ਚੱਲੀ ਜਾਂਦੀਆਂ, ਬੰਦ ਥੋੜ੍ਹੀ ਹੁੰਦੀਆਂ ਗੁਰੂ ਘਰ 'ਤੇ।
ਲੰਗਰ ਦੀਵਾਨ ਵੀ ਚੱਲੀ ਜਾਂਦੇ। ਉਹ ਦਈ ਪ੍ਰੇਰਕ ਪਰਮਾਤਮਾ ਨੇ ਉਹਨਾਂ ਘਰਾਂ ਨੂੰ ਵਸਾਇਆ ਹੈ। ਸੁਖ ਸਾਗਰ ਗੁਰ ਪਾਇਆ। ਸੁੱਖਾਂ ਦਾ ਸਾਗਰ ਕੌਣ ਆ? ਗੁਰੂ। ਗੁਰੂ ਤੋਂ ਇਹ ਸਾਰੇ ਸੁੱਖ ਮਿਲਦੇ ਆ। ਗੁਰੂ ਸੁੱਖਾਂ ਦੇ ਸਾਗਰ ਆ। ਸਤਿਗੁਰੂ ਸਾਰੇ ਸੁੱਖਾਂ ਨੂੰ ਦੇਣ ਵਾਲਾ ਗੁਰਮੁਖਾਂ ਨੇ ਪ੍ਰਾਪਤ ਕੀਤਾ ਹੈ। ਤਾ ਸਹਿਸਾ ਸਗਲ ਮਟਾਇਆ। ਮਨ ਦੇ ਵਿੱਚ ਅਨੇਕ ਪ੍ਰਕਾਰ ਦੇ ਬੰਦੇ ਨੂੰ ਸੈਂਸੇ ਵਿਆਪਦੇ ਰਹਿੰਦੇ ਆ, ਅਤੇ ਜਦੋਂ ਗੁਰੂ ਕਿਰਪਾ ਕਰੇ ਉਹ ਸਾਰੇ ਸੈਂਸੇ ਜਿਹੜੇ ਆ, ਕਿੱਥੋਂ ਖਾਵਾਂਗੇ, ਕਿੱਥੋਂ ਪਹਿਨਾਂਗੇ, ਕਿਵੇਂ ਰਹਾਂਗੇ, ਨੌਜਵਾਨ ਕੰਨਿਆ ਕਿਵੇਂ ਵਿਆਹਾਂਗੇ, ਕਰਜ਼ਾ ਚੜ੍ਹਿਆ ਹੋਇਆ, ਕੋਈ ਰੋਗ ਲੱਗਿਆ ਹੋਇਆ, ਉਹ ਮਨ ਕਰਕੇ ਬਾਣੀ ਸ਼ੀਰਕਾ ਦੁੱਖ ਕਿਵੇਂ ਦੂਰ ਹੋਣਗੇ। ਸੰਸਾਰ ਵਿਆਪਦਾ ਹੀ ਰਹਿੰਦਾ ਨਾ, ਕੋਈ ਨਾ ਕੋਈ ਤੁਰਿਆ ਹੀ ਰਹਿੰਦਾ ਇਨਸਾਨ ਨੂੰ। ਅਤੇ ਜਦੋਂ ਉਹਦੀ ਸ਼ਰਨ ਲੈ ਲਈਏ, ਉਹ ਕਿਰਪਾ ਕਰਕੇ ਸਾਰੇ ਸੰਸਿਆਂ ਨੂੰ ਮਿਟਾ ਦਿੰਦੇ ਹਨ। ਹਰ ਕੇ ਨਾਮ ਕੀ ਵਡਿਆਈ। ਕਹਿੰਦੇ ਬਰਕਤ ਕਾਹਦੀ ਹੈ? ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ। ਆਠ ਪਹਿਰ ਗੁਣ ਗਾਈ। ਜਿਨ੍ਹਾਂ ਨੂੰ ਇਸ ਬਰਕਤ ਦਾ ਪਤਾ ਲੱਗ ਗਿਆ ਕਿ ਸਾਰੀ ਨਾਮ ਦੀ ਬਰਕਤ ਆ, ਉਹ ਫਿਰ ਆਪਣਾ ਸਵਾਸ ਵਿਅਰਥ ਨਹੀਂ ਗਾਉਂਦੇ, ਉਹ ਅੱਠੋਂ ਪਹਿਰ ਮਾਲਕ ਦੇ ਗੁਣ ਗਾਉਂਦੇ ਹਨ। ਗੁਰ ਪੂਰੇ ਤੇ ਪਾਈ। ਇਹ ਪੂਰੇ ਗੁਰੂ ਤੋਂ ਅਵਸਥਾ ਪਾਈ ਜਾਂਦੀ ਹੈ। ਸੰਤ ਹਰਪਾਲ ਨੇ ਪੁੱਛਿਆ, ਮਹਾਰਾਜ ਤੁਸੀਂ ਨਿਤਨੇਮ ਬਾਰੇ? ਕਹਿੰਦੇ ਉਹ ਤਾਂ ਕੀਤਾ ਜਿਹੜਾ ਹੁਣ ਕਹਿੰਦੇ ਅਵਸਥਾ ਇੱਕ ਵਾਰੀ ਕਹਿ ਦਈਏ ਨਾ, ਸਾਰੇ ਬ੍ਰਹਮੰਡਾਂ ਦੇ ਰੋਮ ਰੋਮ ਤੱਕ ਪਹੁੰਚ ਜਾਂਦਾ। ਕਿਉਂਕਿ ਜਦੋਂ ਉਹ ਪਰਛਿਨ ਤੋਂ ਉੱਠ ਕੇ ਵਿਰਾਟ ਵਿੱਚ ਚਲਾ ਗਿਆ, ਵਿਆਪਕ ਵਿੱਚ ਅਭੇਦ ਹੋ ਗਏ। ਜਿੱਥੇ ਦੇ ਪ੍ਰਮਾਤਮਾ ਵਿਆਪਕ ਹੈ, ਉੱਥੇ ਤੱਕ ਉਹਦਾ ਨਾਮ ਵਿਆਪਕ ਆ। ਉਹਦੀ ਕਮਾਈ ਕਰਨੇ ਨਾ ਗੁਰਮੁਖ ਰੋਮ ਰੋਮ ਹਰ ਧਿਆਵੈ, ਐਸੀ ਅਵਸਥਾ ਬਣ ਜਾਂਦੀ ਹੈ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਉਹ ਅੱਠੋਂ ਪਹਿਰ ਉਹਦੇ ਗੁਣਾਂ ਨੂੰ ਗਾਉਂਦੇ ਹਨ। ਗੁਰ ਪੂਰੇ ਤੇ ਪਾਈ। ਇਹ ਅਵਸਥਾ ਪੂਰੇ ਸਤਿਗੁਰਾਂ ਤੋਂ ਪਾਈ ਜਾਂਦੀ ਹੈ। ਕਿਉਂਕਿ ਜਿਹਦੇ ਕੋਲ ਇਹ ਅਵਸਥਾ ਹੋਵੇ ਉਹ ਹੀ ਦੇਊਗਾ ਕਿਸੇ ਨੂੰ, ਜਿਹਦੇ ਕੋਲ ਹੈ ਨਹੀਂ ਉਹ ਕਿਵੇਂ ਦੇਵੇਗਾ। ਜਦੋਂ ਬੀਬੀ ਜੀ ਮਹਾਂਪੁਰਖਾਂ ਦੇ ਚਰਨਾਂ 'ਚ ਗਏ, ਬੀਬੀ ਅਮਰ ਕੌਰ ਜੀ ਸੀਗੇ, ਉਹਦੇ ਵੱਲੋਂ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ, ਅਤੇ ਕਿੱਡਾ ਕਿੱਡਾ ਦਾੜਾ ਸੀ। ਉਹਨਾਂ ਨੂੰ ਫਿਰ ਇਹਨਾਂ ਦੇ ਉੱਪਰ ਛੱਡਿਆ ਗਿਆ। ਫਿਰ ਮੂਲ ਮੰਤਰ ਦੇ ਇਹਨਾਂ ਤੋਂ ਚਲੀਸੇ ਕਰਾਏ। 33 ਮਾਲਾ ਮੂਲ ਮੰਤਰ ਦੀਆਂ, ਗੋਕੇ ਘੇ ਦੀ ਜੋਤ, ਸਮੱਗਰੀ ਦਾ ਧੂਫ ਅਤੇ ਮੌਨ, 8ਵੀਂ ਪੈਰੀ ਸੰਜਮ ਦਾ ਪ੍ਰਸ਼ਾਦਾ ਮਿਲਣਾ। ਅਤੇ ਇਸ ਤਰ੍ਹਾਂ ਫਿਰ ਇਹਨਾਂ ਨੂੰ ਸੰਜਮ 'ਚ ਰੱਖ ਕੇ ਮਹਾਂਪੁਰਖਾਂ ਨੇ ਜਾਪ ਕਰਾਇਆ ਸੀ ਕਿ ਉਹ ਬਾਣੀ ਦੀ ਬਰਕਤ ਨਾਲ ਜਿਹੜੇ ਐਡੇ ਐਡੇ ਸਥਾਨ ਕਾਇਮ ਕਰਨੇ ਆ, ਲੰਗਰ ਦੀਵਾਨ ਚਲਾਉਣੇ। ਦੇਖੋ ਉਹ ਵਿਧਵਾ ਹੋ ਗਏ ਸੀ। ਜਦੋਂ ਕੋਈ ਬੀਬੀ ਵਿਧਵਾ ਹੁੰਦੀ ਹੈ ਅਤੇ ਬੜਾ ਪਤੀ ਦੀ ਜ਼ਿੰਮੇਵਾਰੀ ਹੁੰਦੀ, ਸਾਰੀ ਆਪ ਚੁੱਕਣੀ ਪੈਂਦੀ। ਅਤੇ ਵਿਧਵਾ ਨੂੰ ਕਈ ਤਰ੍ਹਾਂ ਦੀਆਂ ਲੋਕਾਂ ਦੀਆਂ ਵਾਧੂ ਘੱਟ ਗੱਲਾਂ ਵੀ ਸੁਣਨੀਆਂ ਪੈਂਦੀਆਂ। ਔਰ ਫਿਰ ਦੇਖ ਲਓ ਮਹਾਂਪੁਰਖਾਂ ਦੀ ਮਿਹਰ ਦੇ ਨਾਲ ਉਹ ਵੀ ਵਿਧਵਾ, ਜਿਨ੍ਹਾਂ ਲਈ ਵਿਧਵਾ ਆਸ਼ਰਮ ਬਣਿਆ, ਜਾਂ ਕਈ ਲੋਕ ਦਾਨੀ ਉਹਨਾਂ ਦੀ ਸਹਾਇਤਾ ਕਰਦੇ ਆ। ਕਈ ਵਿਚਾਰੀਆਂ ਗਰੀਬ ਧੱਕੇ ਵੀ ਖਾਂਦੀਆਂ। ਪਰ ਅੱਜ ਦੇਖੋ ਉਸ ਬੀਬੀ ਨੇ ਬੇਬੇ ਨਾਨਕੀ ਜੀ ਦਾ ਆਸਰਾ ਲਿਆ, ਮਹਾਂਪੁਰਖਾਂ ਦੇ ਬਚਨਾਂ ਵਿੱਚ ਕਮਾਈ ਕੀਤੀ। ਅੱਜ ਦੇਖੋ ਲੰਗਰ ਦੀਵਾਨ ਚੱਲਦੇ, ਪਾਠ ਚੱਲਦੇ। ਇਹ ਸਾਰੀ ਵਡਿਆਈ ਕਾਹਦੀ ਹੈ? ਇਹ ਨਾਮ ਬਾਣੀ ਦੀ ਹੈ। ਅਤੇ ਬੀਬੀ ਜੀ ਦੇ ਅੰਦਰ ਵੀ ਬੜਾ ਉਹ ਆਪਣੇ ਆਪ ਨੂੰ ਯਾਰ ਨਹੀਂ ਸੀ ਕਰਦੇ ਹੁੰਦੇ। ਜੇ ਉਹਨਾਂ ਦੀ ਕੋਈ ਸਿਫਤ ਕਰੇ ਉਦੋਂ ਵੀ ਫਿਰ ਉਹਨੂੰ ਪਾਸਾ ਇੱਕਦਮ ਬਦਲ ਲੈਂਦੇ ਹੁੰਦੇ ਸੀ। ਇਹ ਬੜੀ ਉਹਨਾਂ ਦੇ ਵਿੱਚ ਐਸੀ ਖੂਬੀ ਸੀ ਉਹਨਾਂ ਦੇ ਵਿੱਚ। ਗੁਰ ਪੂਰੇ ਤੇ ਪਾਈ, ਪੂਰੇ ਗੁਰੂ ਤੋਂ ਇਹ ਅਵਸਥਾ ਪਾਈ ਜਾਂਦੀ ਹੈ। ਅੱਜ ਕਈ ਮਾਈਆਂ ਤਾਂ ਹੁਣ ਉਹ ਸਰੀਰ ਵੀ ਪਿਆ ਗਈਆਂ, ਕਈ ਉਹਨਾਂ ਦੇ ਜਥੇ ਦੀਆਂ ਬੀਬੀਆਂ ਹੈਗੀਆਂ ਵੀ ਹੈ, ਅਤੇ ਕਈ ਆ ਵੀ ਨਹੀਂ ਸਕੀਆਂ। ਸਮੇਂ ਦੀ ਨਿਯਾਬਤ ਐਸੀ ਹੈ। ਪਰ ਜਿਨ੍ਹਾਂ ਨੂੰ ਨੇੜੇ ਹੋ ਕੇ ਉਹਨਾਂ ਨੂੰ ਤੱਕਿਆ, ਉਹਨਾਂ ਨੂੰ ਉਹਦੇ ਬਾਰੇ ਬਹੁਤਾ ਦੱਸਣ ਦੀ ਲੋੜ ਨਹੀਂ। ਕਾਫੀ ਗਿਆਨ ਆ ਕਿ ਇਹ ਜਿਹੜਾ ਇਸ ਤਰ੍ਹਾਂ ਦਾ ਸੰਜਮ ਬਿਰਤੀ ਹੁੰਦੀ ਹੈ,
ਉਹ ਕਿਵੇਂ ਪ੍ਰਾਪਤ ਹੁੰਦੀ ਹੈ। ਉਹ ਕਈ ਵਾਰੀ ਦੇਖੋ ਬਾਹਰੋਂ ਆਉਣਾ, ਕਈ ਚੀਜ਼ਾਂ ਲਿਆਉਣੀਆਂ ਪੈਂਦੀਆਂ ਸੰਗਤ ਵੱਲੋਂ, ਉਹ ਸੰਸਾ ਹੋਣਾ ਵੀ ਕਿਤੇ ਰਾਜ ਕਿਸ ਤਰ੍ਹਾਂ ਪੁੱਛ ਪੜਤਾਲ ਨਾ ਹੋਏ। ਪਰ ਉਹ ਬੇਬੇ ਨਾਨਕੀ ਦੀ ਐਸੀ ਕਿਰਪਾ ਹੁੰਦੀ ਸੀ, ਉਹ ਫਿਰ ਜਿਹੜੀ ਸੇਵਾ ਜਿੱਥੇ ਲੱਗਣੀ ਆ ਉਹ ਨਿਰਵਿਘਨ ਪਹੁੰਚ ਜਾਂਦੀ ਸੀ। ਉਹ ਮਹਾਰਾਜ ਦੀ ਮਿਹਰ ਇੱਕ ਵੱਖਰੀ ਚੀਜ਼ ਹੁੰਦੀ ਹੈ। ਗੁਰ ਪੂਰੇ ਤੇ ਪਾਈ, ਪੂਰੇ ਗੁਰੂ ਤੋਂ ਹੀ ਬਰਕਤ ਪਾਈ ਜਾਂਦੀ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਪ੍ਰਭ ਕੀ ਅਕਥ ਕਹਾਣੀ। ਇਹ ਪ੍ਰਭੂ ਦੀ ਜਿਹੜੀ ਕਹਾਣੀ ਨਾ, ਇਹ ਅਕਥਨੀ ਹੈ। ਹੁਣ ਮੁਕੰਮਲ ਤਾਂ ਕੋਈ ਕਥਨ ਕਰਕੇ ਦੱਸ ਹੀ ਨਹੀਂ ਸਕਦਾ, ਪਰ ਇਹ ਆਪਣੇ ਕਲਿਆਣ ਵਾਸਤੇ ਜਿੰਨਾ ਜਸ ਕਰਾਂਗੇ ਉਨਾ ਲਾਭਦਾਈ ਹੈਗਾ। ਅਤੇ ਜੇ ਕਈ ਆਪਾਂ ਸਾਰੀ ਕਥਾ ਕਹਿ ਕੇ ਸੁਣਾ ਦਈਏ, ਅਕਥਨੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹ ਬਾਅਦ ਵਿੱਚ ਇਹ ਲਿਖ ਦਿੱਤਾ, ਅੰਤ ਨਾ ਅੰਤਾ ਸਦਾ ਬੇਅੰਤ। ਵੇਦਾਂ ਨੇ ਵੀ ਨੇਤੀ ਨੇਤੀ ਨਾ ਇਤੀ ਨਾ ਇਤੀ, ਅੰਤ ਨਹੀਂ ਆਉਂਦਾ। ਇਸ ਵਾਸਤੇ ਮਹਾਰਾਜ ਕਹਿੰਦੇ ਆ ਪ੍ਰਭੂ ਦੀ ਜਿਹੜੀ ਕਥਾ ਕਹਾਣੀ ਹੈ, ਸਾਖੀ ਹੈ, ਬੜੀ ਅਕਥਨੀय ਹੈ। ਜਨ ਬੋਲਹਿ ਅੰਮ੍ਰਿਤ ਬਾਣੀ। ਆਮ ਲੋਕ ਤਾਂ ਜਦੋਂ ਵੰਡ ਬਹੁਤ ਕੁਛ ਬੋਲਦੇ ਆ, ਪਰ ਜਿਹੜੇ ਮਹਾਂਪੁਰਖ ਆ ਜਦੋਂ ਬਚਨ ਬੋਲਦੇ ਨਾ, ਅੰਮ੍ਰਿਤ ਰੂਪ ਬਾਣੀ ਬੋਲਦੇ ਆ। ਜਾਂ ਤਾਂ ਬਾਣੀ ਦੀ ਵਿਆਖਿਆ ਜਾਂ ਬਾਣੀ ਦੇ ਆਸ਼ੇ ਅਨੁਸਾਰ ਕੋਈ ਬਚਨ ਕਰਨਾ, ਜਿਹਦੇ ਨਾਲ ਦੂਏ ਦਾ ਭਲਾ ਹੋਵੇ, ਕਲਿਆਣ ਹੋਵੇ, ਉਹ ਅੰਮ੍ਰਿਤ ਰੂਪੀ ਬਾਣੀ ਬੋਲਦੇ ਹਨ। ਨਾਨਕ ਦਾਸ ਬਖਾਣੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਾਸਾਂ ਦੀ ਕਲਿਆਣ ਵਾਸਤੇ ਇਹ ਬਾਣੀ ਦਾ ਬਖਿਆਨ ਕਥਨ ਕੀਤਾ ਹੈ। ਗੁਰ ਪੂਰੇ ਤੇ ਜਾਣੀ। ਇਹ ਬਾਣੀ ਦੀ ਮਹਿਮਾ ਪੂਰੇ ਗੁਰੂ ਤੋਂ ਜਾਣੀ ਜਾਂਦੀ ਹੈ ਨਾ। ਮਹਾਰਾਜ ਨੇ ਆਪ ਦਸਮ ਪਾਤਸ਼ਾਹ ਨੇ ਕਥਾ ਕੀਤੀ ਦਮਦਮੇ ਸਾਹਿਬ। ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਦਇਆ ਸਿੰਘ, ਧਰਮ ਸਿੰਘ, ਹੋਰ ਕਿੰਨੇ ਸਿੰਘ ਸੀ ਆਪਣੀ ਰਸਨਾ ਤੋਂ। ਫਿਰ ਉਹਨਾਂ ਨੂੰ ਗਾਂ ਸੰਪਰਦਾਵਾਂ ਚਲਾਈਆਂ, ਟਕਸਾਲਾਂ ਚਲਾਈਆਂ। ਉਹਨੇ ਆਪ ਕਿਰਪਾ ਕਰਕੇ ਇਹ ਬਾਣੀ ਦਾ ਵਿਚਾਰ ਜਿਹੜਾ ਅਸੀਂ ਦੱਸਿਆ, ਅੱਜ ਵੀ ਉਹ ਵਿਚਾਰਧਾਰਾ ਜਿਹੜੀ ਪਰੰਪਰਾਗਤ ਸੰਪਰਦਾਵਾਂ ਟਕਸਾਲਾਂ ਵਿੱਚ ਉਹ ਚੱਲੀ ਆ ਰਹੀ। ਅਰਥ ਜਿਹੜੇ ਸੀਨਾ ਵਸੀਨਾ ਪਹਿਲਾਂ ਤਾਂ ਇਸ ਤਰ੍ਹਾਂ ਹੀ ਸੀ, ਹੁਣ ਫਿਰ ਟੀਕੇ ਆ, ਸੀਡੀਆਂ ਵਗੈਰਾ ਜਾਂ ਵਟਸਐਪ 'ਤੇ ਵੀ ਬਾਣੀ ਦੀਆਂ ਵਿਚਾਰਾਂ ਬਹੁਤ ਸੰਪਰਦਾਈ ਮਿਲ ਜਾਂਦੀਆਂ। ਸੋ ਇਸ ਵਾਸਤੇ ਇਹ ਮਹਾਰਾਜ ਨੇ ਆਪ ਹੀ ਕਿਰਪਾ ਕਰਕੇ ਆਪਣੇ ਗੁਰਸਿੱਖਾਂ ਨੂੰ ਇਹ ਦਾਤ ਬਖਸ਼ਿਸ਼ ਕੀਤੀ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਬੇਬੇ ਨਾਨਕੀ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਅਯਾ ਜੈ ਰਾਮ ਜੀ, ਔਰ ਮਹਿਤਾ ਕਲਿਆਣ ਚੰਦਰ ਜੀ, ਮਾਤਾ ਤ੍ਰਿਪਤਾ ਜੀ, ਉਹਨਾਂ ਨੂੰ ਬਹੁਤ ਬਹੁਤ ਵਧਾਈ ਹੈ, ਸੰਗਤ ਨੂੰ ਵੀ। ਅੱਜ ਅਸੀਂ ਧੰਨ ਧੰਨ ਬੇਬੇ ਨਾਨਕੀ ਜੀ ਦਾ ਇਹ ਅਵਤਾਰ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰਨ। ਜਿਸ ਤਰ੍ਹਾਂ ਕੋਈ ਪ੍ਰੈਜ਼ੀਡੈਂਟ ਹੁੰਦਾ, ਉਹਦਾ ਜਨਮ ਦਿਨ ਹੋਵੇ ਨਾ, ਉਹਨੂੰ ਖੁਸ਼ੀ ਹੁੰਦੀ ਹੈ। ਉਹ ਫਿਰ ਮੌਜ 'ਚ ਆਇਆ। ਕਈ ਵਾਰੀ ਬੜੇ ਬੜੇ ਜਿਹੜੇ ਕੈਦੀ ਹੈ ਜਾਂ ਪਾਪੀ ਹੈ, ਫਾਂਸੀ ਹੈ, ਉਹ ਵੀ ਬਰੀ ਕਰ ਜਾਂਦਾ। ਅਤੇ ਜਦੋਂ ਮਹਾਂਪੁਰਖਾਂ ਦੇ ਐਸੇ ਇਹ ਪੁਰਬ ਹੁੰਦੇ ਆ, ਉਸ ਦਿਨ ਉਹਨਾਂ ਦੀ ਕੋਈ ਕਲਾ ਤਾਂ ਹਮੇਸ਼ਾ ਹੀ ਵਰਤਦੀ ਹੈ, ਪਰ ਵਿਸ਼ੇਸ਼ ਰੂਪ ਜੇ ਅਰਦਾਸ ਕਰੀਏ, ਉਹ ਕਈ ਵਾਰੀ ਵੱਡੇ ਵੱਡੇ ਗਨਾਹੀਆਂ 'ਤੇ ਵੀ ਦਇਆ ਕਰਕੇ ਬਖਸ਼ਿਸ਼ ਕਰ ਦਿੰਦੇ ਆ। ਸਾਹਮਣੇ ਅੱਜ ਕੱਲ੍ਹ ਘਰਾਂ 'ਚ ਵੀ ਬੱਚੇ ਬੱਚੀਆਂ ਦੇ ਜਨਮ ਦਿਨ ਕਈ ਗੁਰਸਿੱਖ ਮਨਾਉਂਦੇ, ਕਥਾ ਕੀਰਤਨ, ਨਾਮ ਬਾਣੀ। ਕਈ ਦੂਸਰੇ ਲੋਕ ਆ, ਉਹਨਾਂ ਦਾ ਮਨਾਉਣ ਦਾ ਢੰਗ ਕੋਈ ਆਪਣਾ ਹੀ ਵੱਖਰਾ ਜਿਹਾ ਹੀ ਆ, ਪਰ ਗੁਰਸਿੱਖਾਂ ਦਾ ਗੁਰਮਤਿ ਅਨੁਸਾਰ ਹੁੰਦਾ। ਪਰ ਇਹ ਮਹਾਂਪੁਰਖਾਂ ਦੇ ਜਿਹੜੇ ਗੁਰਪੁਰਬ ਆ, ਇਹਦੀ ਸ਼ੋਭਾ ਤਾਂ ਅਲੌਕਿਕ ਹੀ ਆ। ਮੇਰੇ ਲਾਲਨ ਕੀ ਸ਼ੋਭਾ, ਇਹ ਬੜੀ ਅਲੌਕਿਕ ਹੈ। ਸੋ ਧੰਨ ਧੰਨ ਬੇਬੇ ਨਾਨਕੀ ਜੀ ਨੇ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੀ ਰਹਿਮਤ ਕੀਤੀ ਹੈ ਕਿ ਪਾਠਾਂ ਦੇ ਭੋਗ ਪਏ ਹੈ, ਔਰ ਬਾਣੀ ਦੇ ਆਏ ਸ਼ਬਦ ਦੀ, ਔਰ ਬੇਬੇ ਜੀ ਦੇ ਜੀਵਨ ਬਾਰੇ। ਅਤੇ ਜਿਹੜੀ ਬੀਬੀ ਨੇ ਇਹ
ਸਥਾਨ ਦੀ ਸੇਵਾ ਕੀਤੀ ਕਰਾਈ ਹੈ, ਉਹਨਾਂ ਦੇ ਬਾਰੇ ਵੀ ਥੋੜ੍ਹਾ ਸੰਖੇਪ ਵਿੱਚ ਦੱਸਿਆ ਗਿਆ। ਸੋ ਮਹਾਰਾਜ ਕਿਰਪਾ ਕਰਨ, ਇਸ ਤਰ੍ਹਾਂ ਸਾਰੇ ਸੰਸਾਰ ਦਾ ਭਲਾ ਕਰਨ, ਇਹ ਬੇਨਤੀ ਕਰ ਸਕਦੇ ਹਾਂ ਮਾਲਕ ਅੱਗੇ। ਇਸ ਤਰ੍ਹਾਂ ਗੁਰਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਕਰਦੇ ਰਹੀਏ। ਬਾਕੀ ਜਿਨ੍ਹਾਂ ਨੇ ਪਾਠ ਕਰਾਏ ਹੈ ਉਹ ਮੁੱਖ ਭਾਗ ਸਾਰੇ ਨੋਟ ਕੀਤੇ ਗਏ ਆ, ਉਹ ਆਪੇ ਹੀ ਪ੍ਰਬੰਧਕ ਉਹਨਾਂ ਨੂੰ ਦਿਖਾ ਦੇਣਗੇ। ਅਤੇ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ। ਉਸ ਤੋਂ ਬਾਅਦ ਬਾਹਰ ਸਟੇਜ ਤਿਆਰ ਆ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ